कैप्टन अमरिंदर सिंह नवी पार्टी अनाउंस करन जा रहे ने। मेरे को आए सी पिछे, मैं उस वक्त भी उन्होंने राय दी सी पुराणिया ने बैठे नहीं रहना, नव्या ने आना ही होंदा हैगा। कांग्रेस के सारे लीडर, सारे CM या सारे पार्टी प्रधानों नालों वध समा जे किसी मुख्य मंत्री या प्रधान नूं मिले तो कैप्टन साहब नूं मिले। अमरिंदर सिंह उन्होंने सलाह दोगे क्योंकि तुसीं भी CM रहे हो, तुसीं गल्लां जिहड़ियां कीआं कि कांग्रेस पार्टी ने बहुत कुछ दिता है, और कोई निजी तौर पर कोई हुण तक फोन ते गल होई उन्हां दे नाल? मैं सलाह दे चुकी हाँ ऑलरेडी। सलाह मनना ना मनना तो सलाह देना एक होर चीज़ है। मैं दी है, मैं जिउंदी जागदी एग्जाम्पल बैठी हैगी ना मूरे। ये नहीं कि सानू जे अहदे मिल गए तो पार्टी चंगी है, जे अहदे नहीं मिले तो असीं पार्टी के विरोधी हो जाइए। मैंने जिस वक्त मेरे को 2 अहदे से मैं खुद जाके कहा कि मैडम कि मैडम मेरे को 2 अहदे है, मैं एक अहदा वापस करना चाहती हाँ, तो मैं इनू बना के लियाई सी मिंदर सिंह KP नूं। लोग मंगते होंगे, मैं छड्ड होंदा वास्ते कह के आई सी। ये खेतीबाड़ी कानून वापस होंगे रद्द होंगे तो बीजेपी ने भी हथ मिला सकते नवी पार्टी बनाने तो बाद? वो तो भारत या पंजाब की जालम पार्टी बन के साबित हुई है। उन्होंने बतौर CM भी शायद कोशिश की होगी, तो जो उदों रद्द नहीं हुए तो अज किवें आपां अंदाजा ला सकते हैं कि हो सकते हैं। पंजाब विचलियां 9 सहकारी खंड मिल्लां ਵੱਲੋਂ गन्ना ਕਾਸ਼ਤਕਾਰਾਂ ਨੂੰ ਬਣਦੀ ਕੁੱਲ ਅਦਾਇਗੀ ਦਾ ਭੁਗਤਾਨ ਸਤੰਬਰ ਦੇ ਪਹਿਲੇ ਹਫ਼ਤੇ ਗੰਨਾ ਕਾਸ਼ਤਕਾਰਾਂ ਨੂੰ ਕਰ ਦਿੱਤੀ ਗਈ ਹੈ। ਸਹਿਕਾਰਿਤਾ ਵਿਭਾਗ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਉਹਨਾਂ ਦੀ ਬਕਾਇਆ ਰਾਸ਼ੀ ਦੀ ਮੁਕੰਮਲ ਅਦਾਇਗੀ ਲਈ ਸਰਕਾਰ ਵੱਲੋਂ ਸਾਲ 2021-2022 ਦੇ ਬਜਟ ਵਿੱਚ 300 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। सूबे विचलियां 9 सहकारी खंड मिल्लां वल्लों साल 2019-2020 ਦੀ ਬਣਦੀ ਕੁੱਲ ਅਦਾਇਗੀ 486.24 ਕਰੋੜ ਰੁਪਏ ਪਹਿਲਾਂ ਹੀ ਗੰਨਾ ਕਾਸ਼ਤਕਾਰਾਂ ਨੂੰ ਕੀਤੀ ਜਾ ਚੁੱਕੀ ਹੈ। 2020-2021 ਦੀ ਬਣਦੀ ਕੁੱਲ ਰਾਸ਼ੀ 472.10 ਕਰੋੜ ਰੁਪਏ ਵਿੱਚੋਂ 470.25 ਕਰੋੜ ਰੁਪਏ ਦਾ ਪਹਿਲਾਂ ਹੀ ਭੁਗਤਾਨ ਹੋ ਚੁੱਕਾ ਹੈ। ਭਾਰਤ ਸਰਕਾਰ ਵੱਲੋਂ ਬਾਕੀ ਭੁਗਤਾਨ ਮਿਲਣ ਉੱਤੇ ਬਕਾਇਆ ਰਾਸ਼ੀ 1 ਕਰੋੜ 85 ਲੱਖ ਰੁਪਏ ਵੀ ਅਦਾ ਕਰ ਦਿੱਤੀ ਜਾਵੇਗੀ। मैं परमवीर सिंह शुगर मिल भोगपुर चेयरमैन ਤੇ ਅਸੀਂ ਜਿਹੜਾ ਪਿਛਲੇ ਸਾਲ ਦਾ ਜਿੰਨਾ ਵੀ ਗੰਨਾ ਪੀੜਿਆ ਤੇ ਅਸੀਂ ਉਹਦੀ ਨਗਦ ਭੁਗਤਾਨ ਕੀਤਾ ਗਿਆ। ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ। ਸਾਡੇ ਜਿਹੜਾ ਗੰਨੇ ਦਾ ਭਾਅ ਸੀ 310 ਤੋਂ 360 ਕੀਤਾ। ਮੈਂ ਰਮਨਦੀਪ ਸਿੰਘ ਕੜਿਆਣਾ ਰਾਜਪੂਤਾਂ ਦਾ ਕਿਸਾਨ ਹਾਂ ਜੋ ਇੱਥੇ ਮਿਲ 'ਚ ਗੰਨਾ ਦੇ ਰਿਹਾ। ਕਾਫੀ ਜ਼ਿਮੀਂਦਾਰ ਆਲੇ-ਦੁਆਲੇ ਏਰੀਏ ਦੇ ਖੁਸ਼ ਹਨ। ਬਾਕੀ ਸਰਕਾਰ ਨੇ ਜਿਹੜਾ 310 ਰੁਪਏ ਤੋਂ 360 ਰੁਪਏ ਗੰਨੇ ਦਾ ਰੇਟ ਕੀਤਾ, ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਹਿਕਾਰੀ ਖੰਡ ਮਿੱਲਾਂ ਵੱਲੋਂ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਸ਼ੂਗਰ ਐਕਸਪੋਰਟ ਸਬਸਿਡੀ ਤੇ ਬਫਰ ਸਟਾਕ ਸਬਸਿਡੀ ਦੀ ਰਾਸ਼ੀ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੰਨੇ ਦੀ ਅਦਾਇਗੀ ਲਈ ਸਿੱਧੇ ਤੌਰ ਤੇ ਗੰਨਾ ਕਾਸ਼ਤਕਾਰਾਂ ਦੇ ਖਾਤੇ 'ਚ ਤਬਦੀਲ ਕੀਤੀ ਜਾਂਦੀ ਹੈ। मैं किसान बलविंदर सिंह पडोरी निजरा। मैं पंजाब सरकार ਦਾ ਬਹੁਤ ਧੰਨਵਾਦੀ ਹਾਂ ਜਿਨੀ 310 ਰੁਪਏ ਤੋਂ ਰੇਟ ਵਧਾ ਕੇ 360 ਰੁਪਏ ਕਰ ਦਿੱਤਾ। ਪਿਛਲੇ ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਏਗਾ ਬਕਾਇਆ ਪੇਮੈਂਟ ਅੱਜ ਸ਼ਾਮ ਤੱਕ ਹੋ ਜਾਵੇਗੀ, ਜੋ ਸਤੰਬਰ ਦੇ ਪਹਿਲੇ ਹਫ਼ਤੇ 'ਚ ਕਰਨ ਦਾ ਵਾਅਦਾ ਸੀ। रूसालम ਦਾ ਜ਼ਿਕਰ ਹੋ ਰਿਹਾ ਬਹੁਤ ਵੱਡੇ ਪੱਧਰ ਤੇ, ਜਿੱਦਾਂ ਕਿ ਰੂਸਾਲਮ ਹੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੋਵੇ। ਕੈਪਟਨ ਅਮਰਿੰਦਰ ਸਿੰਘ ਵੀ ਉਸ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਨੇ। ਜਦੋਂ ਸੋਨੀਆ ਜੀ ਨਾਲ ਇੱਕ ਫੋਟੋ ਦਿਖਾਈ ਗਈ ਫਿਰ ਮੈਂ ਚੁੱਪ ਨਹੀਂ ਬੈਠ ਸਕਦੀ ਸੀ। ਇੰਨੀ ਹੋਛੀ ਤੇ ਛੋਟੀ ਪੋਲਿਟਿਕਸ ਦੇ ਉੱਤੇ ਮਿਹਨਤਾਨੀ ਹੋ ਕੇ ਹੋਣਾ ਸੀਨੀਅਰ ਲੀਡਰਾਂ ਦਾ। ਫੋਟੋ ਤਾਂ ਅਸੀਂ ਪੋਲੀਟੀਸ਼ੀਅਨ ਜਾਂਦੇ ਸਾਰਿਆਂ ਦੀਆਂ, ਕਈਆਂ ਨਾਲ ਬਹੁਤ ਸਾਰਿਆਂ ਦੇ ਹੋ ਜਾਂਦੀਆਂ, ਵਿਆਹ ਫੰਕਸ਼ਨ ਜਾਂਦੇ ਹੋ ਜਾਂਦੀਆਂ ਨੇ ਕਿ ਸਮਾਗਮਾਂ 'ਚ। ਫੋਟੋ ਦਾ ਮੈਟਰ ਕੋਈ ਬਹੁਤਾ ਵੱਡਾ ਫੋਟੋ ਨਹੀਂ, ਉਹਨੂੰ ਦਿਖਾ ਕੇ ਸਾਨੂੰ ਇੰਨੀ ਹੋਛੀ ਪੋਲੀਟਿਕਸ ਨਹੀਂ ਕਰਨੀ ਚਾਹੀਦੀ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਤਿੱਖੇ ਹਮਲੇ ਕੀਤੇ। ਉਹ ਕਹਿੰਦੇ ਕਿ ਸਿੱਧੂ ਤਾਂ ਬਹੁਤ ਵੱਡਾ ਖਤਰਾ ਹੈ ਪੰਜਾਬ ਵਾਸਤੇ ਔਰ ਇੰਟਰਨਲ ਸਿਕਿਉਰਿਟੀ ਵਾਸਤੇ। ਇੱਕ ਵੱਡੇ ਸਿੱਧੂ ਹੈ ਉਮਰ ਦੇ ਵਿੱਚ, ਇੱਕ ਛੋਟੇ ਸਿੱਧੂ ਹੈਗੇ ਨੇਗੇ, ਤੇ ਇਹ ਸਿੱਧੂ ਥੋੜੇ ਜਿਹੇ ਸੁਭਾਅ ਦੇ ਹੁੰਦੇ ਤਿੱਖੇ ਹੀ ਨੇ। ਸਿੱਧੂ ਜਿਹੜੇ ਹੁੰਦੇ ਨੇ ਸਾਡੇ, ਉਹਨੂੰ ਕਹੀ ਜਾਂਦਾ ਖਤਰਾ ਹੈ, ਉਹਨੂੰ ਕਹੀ ਜਾਂਦਾ ISI ਦਾ ਖਤਰਾ ਹੈ। ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਕਿ ਡਰੋਨ ਆ ਰਹੇ ਆ ਔਰ ਹਥਿਆਰ ਆ ਰਹੇ ਆ, ਪਾਕਿਸਤਾਨ ਚਲਾ ਰਿਹਾ, ISI ਸਭ ਕੁਝ ਕਰ ਰਹੀ ਹੈ। ਇਹ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਵੀ ਕੀਤਾ ਕੇਂਦਰ ਦੇ ਇਸ ਫੈਸਲੇ ਦਾ। ਕਿ ਜਿਹੜੀ ਸਾਡੀ ਬਾਰਡਰ ਸਿਕਿਉਰਿਟੀ ਫੋਰਸ ਬੈਠੀ ਸੀ 15 ਕਿਲੋਮੀਟਰ ਤੱਕ, ਤਾਂ ਉਹ 15 ਕਿਲੋਮੀਟਰ ਤੱਕ ਬੈਠ ਕੇ ਜੇ ਰੋਕ ਨਹੀਂ ਸਕੀ ਤਾਂ ਉਹ 50 ਕਿਲੋਮੀਟਰ ਅੰਦਰ ਬੈਠ ਕੇ ਰੋਕ ਸਕੂਗੀ। ਪੰਜਾਬ ਦੀ ਸਿਆਸਤ
ਭਖੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਰਹੇ ਨੇ, ਮੁੱਦਾ ਅਰੂਸਾ ਆਲਮ ਦਾ ਵੀ ਬਣਾਇਆ ਜਾ ਰਿਹਾ ਔਰ ਹੋਰ ਬਹੁਤ ਸਾਰੇ ਮਸਲੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕੱਲ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰਕੇ ਆਪਣੀ ਨਵੀਂ ਪਾਰਟੀ ਦਾ ਅਨਾਉਂਸ ਵੀ ਕਰ ਸਕਦੇ ਨੇ। ਔਰ ਸਾਡੇ ਨਾਲ ਮੌਜੂਦ ਨੇ तमाम ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਬਕਾ ਸੀਐਮ ਬੀਬੀ ਰਜਿੰਦਰ ਕੌਰ ਭੱਠਲ ਜੀ। ਗੱਲਬਾਤ ਕਰਦੇ ਹਾਂ। ਬੀਬੀ ਜੀ, ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਕਿਸ ਤਰ੍ਹਾਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਅਨਾਉਂਸ ਕਰਨ ਜਾ ਰਹੇ ਨੇ? ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਨਾਲ ਵੀ ਹੱਥ ਮਿਲਾ ਸਕਦੇ ਨੇ ਜੇ ਖੇਤੀਬਾੜੀ ਮਸਲਾ ਕਿਸਾਨਾਂ ਦਾ ਹੱਲ ਹੁੰਦਾ ਹੈ ਤਾਂ। ਕਿੱਦਾਂ ਦੇਖਦੇ ਹੋ तमाम ਚੀਜ਼ਾਂ ਨੂੰ? ਦੇਖੋ, ਕੈਪਟਨ ਅਮਰਿੰਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹੇ ਹੈ ਤੇ ਮੈਂ ਸਮਝਦੀ ਹਾਂ ਕਿ ਕਾਂਗਰਸ ਦੇ ਸਾਰੇ ਲੀਡਰਾਂ, ਸਾਰੇ ਸੀਐਮ ਜਾਂ ਸਾਰੇ ਪਾਰਟੀ ਪ੍ਰਧਾਨਾਂ ਨੂੰ ਵੱਧ ਸਮਾਂ ਜੇ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਨੂੰ ਮਿਲਿਆ ਤਾਂ ਕੈਪਟਨ ਸਾਹਿਬ ਨੂੰ ਮਿਲਿਆ। ਮੇਰੇ ਕੋਲ ਆਏ ਸੀ ਪਿੱਛੇ ਜਦੋਂ ਸੀਐਮ ਸੀਗੇ ਤੇ ਉਦੋਂ ਵੀ ਕਟਸੀ ਵੈਸੇ ਹੀ ਆਏ ਸੀ, ਜਿਵੇਂ ਕਿ ਸੋਸ਼ਲ ਮੀਟਿੰਗ ਦੇ ਉੱਤੇ ਮੈਂ ਉਸ ਵਕਤ ਉਹਨਾਂ ਨੂੰ ਰਾਏ ਦਿੱਤੀ ਸੀਗੀ ਕਿ ਆ ਜੋ ਚਰਚਾ ਚੱਲ ਰਹੀ ਹੈ ਬਦਲਣਾ ਨਹੀਂ ਬਦਲਣਾ, ਇਹਦੇ ਪਿੱਛੇ ਮੇਰੀ ਇਹ ਰਾਏ ਹੈਗੀ ਹੈ ਕਿ ਤੁਸੀਂ ਜਾਓ ਸੋਨੀਆ ਜੀ ਕੋਲ, ਕਿਉਂਕਿ ਹਮੇਸ਼ਾ ਤਾਂ ਪੁਰਾਣਿਆਂ ਨੇ ਬੈਠੇ ਨਹੀਂ ਰਹਿਣਾ, ਨਵਿਆਂ ਨੇ ਆਉਣਾ ਹੀ ਹੁੰਦਾ ਹੈਗਾ। ਤੇ ਤੁਸੀਂ ਉਹਨਾਂ ਨੂੰ ਜਾ ਕੇ ਕਹੋ ਕਿ ਮੈਡਮ ਤੁਹਾਡੀ ਬਹੁਤ ਮਿਹਰਬਾਨੀ, ਸਾਰੇ ਕਾਂਗਰਸੀਆਂ ਨੂੰ ਵੱਧ ਮੈਨੂੰ ਤੁਸੀਂ ਪਾਵਰ ਤੇ ਸਮਾਂ ਦਿੱਤਾ ਹੈ ਤੇ ਅੱਜ ਅਗਰ ਲੱਗਦਾ ਹੈ ਕਿ ਕਿਸੇ ਵਕਤ ਇਲੈਕਸ਼ਨਾਂ ਨੇ ਮੂਹਰੇ ਕੋਈ ਥੋੜੀ ਮੋਟੀ ਆਪਾਂ ਚੇਂਜ ਤਬਦੀਲੀ ਕਰਨੀ ਹੈ ਤਾਂ ਆ ਮੇਰਾ ਰੈਜ਼ਿਗਨੇਸ਼ਨ ਹੈ, ਮੈਂ ਦਿੰਨਾ ਤੇ ਨਾਲ ਜਿੱਥੇ ਮੇਰੀ ਡਿਊਟੀ ਲਾਉਂਦੇ ਹੋ ਮੈਂ ਪੂਰੀ ਕਰੂੰਗਾ ਔਰ ਜਿਹਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਮੈਂ ਖੁਦ ਆਪ ਉਸ ਦਾ ਨਾਮ ਪ੍ਰਪੋਜ਼ ਕਰ ਦੂੰਗਾ ਤੇ ਉਹ ਬਣ ਜਾਵੇ। ਤੁਹਾਨੂੰ ਇਹ ਕਹਿਣਾ ਚਾਹੀਦਾ ਆ ਕਿ ਇਹ ਨਹੀਂ ਕਿ ਸਾਨੂੰ ਜੇ ਅਹੁਦੇ ਮਿਲ ਗਏ ਤਾਂ ਪਾਰਟੀ ਚੰਗੀ ਹੈ, ਜੇ ਅਹੁਦੇ ਨਹੀਂ ਮਿਲੇ ਤਾਂ ਅਸੀਂ ਪਾਰਟੀ ਦੇ ਵਿਰੋਧੀ ਹੋ ਜਾਈਏ। ਹੋ ਸਕਦਾ ਪਾਰਟੀ ਵਿੱਚ ਬੈਠੇ ਕੁਝ ਲੀਡਰਸ਼ਿਪ ਦੀ ਆਪਸ ਵਿੱਚ ਲੀਡਰਾਂ ਦੀ ਆਪਸ ਵਿੱਚ ਨਾ ਬਣਦੀ ਹੋਵੇ ਜਾਂ ਕੁਝ ਪਾਸੇ ਸਮਝਦੇ ਹੁੰਦੇ ਅਸੀਂ, ਲੇਕਿਨ ਮੈਂ ਸਮਝਦੀ ਹਾਂ ਕਿ ਇਹ ਵੱਡੀ ਪਾਰਟੀ ਹੈ। ਹੁਣ ਮੈਂ ਜਿਵੇਂ ਤੁਹਾਡੇ ਸਾਹਮਣੇ ਮਿਸਾਲ ਬੈਠੀਆਂ, ਮੈਨੂੰ ਵੀ ਬੜਾ ਕੁਝ ਦਿੱਤਾ ਪਾਰਟੀ ਨੇ, ਸਾਰੇ ਅਹੁਦਿਆਂ ਤੇ ਬੈਠੀਆਂ, ਲੇਕਿਨ ਜਿਸ ਵਕਤ ਕੋਈ ਥੋੜੀ ਜਿਹੀ ਉਹਨਾਂ ਨੂੰ ਲੱਗਿਆ ਕਿ ਚੇਂਜ ਕਰਕੇ ਕੋਈ ਹੋਰ ਲਿਆਉਣਾ ਹੈ, 12 ਦੇ ਵਿੱਚ ਸੁਨੀਲ ਜਾਖੜ ਨੂੰ ਬਣਾਇਆ ਸੀ ਤਾਂ ਮੈਂ ਕੋਈ ਇਸ ਦੇ ਉੱਤੇ ਗਿਲਾ ਨਹੀਂ ਕੀਤਾ ਕਿ ਠੀਕ ਅੱਜ ਬਣਾਇਆ, ਨਾਲ ਹੈ ਖੜੀਆਂ ਨਾ ਪਾਰਟੀ ਛੱਡੀਆਂ ਨਾ ਬਣਾਈ ਹੈ। ਸੋ ਅੱਜ ਹੀ ਮੇਰੀ ਇਹੀ ਰਾਏ ਹੈਗੀ ਅਜੇ ਵੀ ਕੈਪਟਨ ਸਾਹਿਬ ਨੂੰ ਕਿ ਠੀਕ ਹੈ, ਕਈ ਵਾਰੀ ਗੁੱਸੇ ਦੇ ਵਿੱਚ ਆ ਕੇ ਆਪਾਂ ਕਹਿ ਜਾਂਦੇ ਹਾਂ, ਅੱਜ ਨਾ ਪੰਜਾਬ ਦੇ ਭਲੇ 'ਚ ਹੈ ਨਾ ਹੀ ਕੈਪਟਨ ਸਾਹਿਬ ਨੇ ਜਿਹੜੀ ਪੂਰੀ ਸਮੇਂ ਦੇ ਵਿੱਚ ਇੱਕ ਉਹਨਾਂ ਦਾ ਨਾਂ ਉਹਨਾਂ ਨੇ ਬਣਾਇਆ ਹੈ, ਗੱਲ ਕੀਤੀ ਹੈ, ਪੰਜਾਬ ਲਈ ਕੁਝ ਕੀਤਾ ਵੀ ਹੋਊ ਚੰਗਾ ਸਾਰਾ ਕੁਝ, ਤੇ ਉਹਨਾਂ ਦੇ ਵੀ ਮੈਂ ਸਮਝਦੀ ਹਾਂ ਕਿ ਇਹ ਬਾਹਲੀ ਫਾਇਦੇ 'ਚ ਜਾਣ ਵਾਲੀ ਗੱਲ ਹੈ ਨਹੀਂ। ਕਾਂਗਰਸ ਪਾਰਟੀ 'ਚ ਇੰਨੇ ਸਾਲਾਂ ਤੱਕ ਜੇ ਰਹੇ ਨੇ, ਇੰਨੀਆਂ ਪੋਜੀਸ਼ਨਾਂ ਰਹੀਆਂ, ਅੱਜ ਜਦੋਂ ਇਲੈਕਸ਼ਨ ਮੂਹਰੇ ਆ ਰਹੀ ਹੈ ਉਸ ਸਮੇਂ ਦੇ ਵਿੱਚ ਸਾਨੂੰ ਆਪਣਾ ਅਜੇ ਵੀ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ। ਨਵੀਂ ਪਾਰਟੀ ਬਣਾਉਣ ਦੇ ਵਿੱਚ ਅੰਗਰੇਜ਼ ਜਿਹੜੀ ਤੱਕ ਬੀਜੇਪੀ ਦੀ ਗੱਲ ਕੀਤੀ ਹੈ, ਬੀਜੇਪੀ ਦੀ ਸਰਕਾਰ ਦੀ, ਮੋਦੀ ਦੀ ਗੱਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਜੇ ਖੇਤੀਬਾੜੀ ਕਾਨੂੰਨ ਵਾਪਸ ਹੁੰਦੇ ਆ, ਰੱਦ ਹੁੰਦੇ ਆ ਤਾਂ ਉਹ ਬੀਜੇਪੀ ਨਾਲ ਵੀ ਹੱਥ ਮਿਲਾ ਸਕਦੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ। ਦੇਖੋ, ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਨੇ ਬਤੌਰ ਸੀਐਮ ਵੀ ਸ਼ਾਇਦ ਕੋਸ਼ਿਸ਼ ਕੀਤੀ ਹੋਊਗੀ ਤੇ ਜੇ ਉਦੋਂ ਰੱਦ ਨਹੀਂ ਹੋਏ ਤਾਂ ਅੱਜ ਕਿਵੇਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਹੋ ਸਕਦੇ ਆ। ਤੇ ਜੇ ਹੋ ਸਕਦੇ ਹੁੰਦੇ ਜਾਂ ਕੀਤੇ ਜਾਣੇ ਚਾਹੀਦੇ ਸੀ, ਜੋ ਮੈਨੂੰ ਨਹੀਂ ਲੱਗਦਾ। ਮੈਨੂੰ ਪਾਰਟੀ ਇੱਕ ਹੁੰਦੀ ਹੈ ਮੋਦੀ ਦੀ ਪਾਰਟੀ ਕਿ ਉਹ ਕਮਜ਼ੋਰ ਹੈ, ਵਿਰੋਧੀ ਹੈ, ਲੋਕ ਵਿਰੋਧੀ, ਉਹ ਤਾਂ ਭਾਰਤ ਜਾਂ ਪੰਜਾਬ ਦੀ ਜ਼ਾਲਮ ਪਾਰਟੀ ਬਣ ਕੇ ਸਾਬਤ ਹੋਈ ਹੈ। ਅੱਜ ਉਹਨਾਂ ਦੀ ਬਦੌਲਤ ਉਹਨਾਂ ਤੋਂ ਇਹ ਆਸ ਕਰਨਾ, ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਗੱਲ ਹੋਈ ਹੈ, ਇਹ ਤਾਂ ਇਹੀ ਜਾਣਦੇ ਹੋਣਗੇ ਕੈਪਟਨ ਸਾਹਿਬ, ਮੈਂ ਉਸ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ, ਲੇਕਿਨ ਮੈਂ ਸਮਝਦੀ ਹਾਂ ਕਿ ਇਹ ਕਾਨੂੰਨ ਤਾਂ ਵਾਪਸ ਹੋਣੇ ਹੀ ਚਾਹੀਦੇ, ਸਾਰੀਆਂ ਪਾਰਟੀਆਂ ਦੇ ਹਿੱਤ 'ਚ ਹੈ। ਤੇ ਜੇ ਫਰਜ਼ੀਆ ਇੰਨਾ ਸਮਝਦੇ ਆ ਕਿ ਸਾਡਾ ਇੰਨਾ ਹੈਗਾ ਅਸੀਂ ਕਰਾ ਸਕਦੇ ਹਾਂ ਵਾਪਸ, ਤਾਂ ਸਾਨੂੰ 700 ਦੇ ਨੇੜੇ ਤੇੜੇ ਸਾਡੇ ਜਿਹੜੇ ਮਰ ਗਏ ਪਰਿਵਾਰ, ਸਾਡੇ ਉਹ ਪਰਿਵਾਰਾਂ ਦੇ ਦਿਲ ਤੇ ਵੱਜੀ ਸੱਟ ਜਿਹੜੀ ਹੈਗੀ ਹੈ ਉਹ ਬਹੁਤ ਹੌਲੀ ਹੌਲੀ ਜਾਣੀ ਹੈ, ਛੇਤੀ ਨਹੀਂ ਜਾਣੀ। ਔਰ ਜਿਵੇਂ ਹੁਣ ਅੱਜ ਸਾਰੇ ਕਿਸਾਨ ਬਾਰਡਰਾਂ ਤੇ ਬੈਠੇ ਨੇ, 1 ਸਾਲ ਹੋ ਗਿਆ, 11 ਮਹੀਨੇ ਹੋ ਚੱਲੇ ਆ, 12 ਮਹੀਨੇ ਹੋ ਚੱਲੇ ਆ, ਤੇ ਇਹ ਸਾਰੇ ਲੋਕ ਬੈਠੇ ਆ, ਉੱਜੜ ਗਏ ਆ, ਬਰਬਾਦ ਹੋ ਗਏ ਆ, ਘਰੇ ਮਾਵਾਂ ਭੈਣਾਂ ਬੱਚੀਆਂ ਸਾਰੀਆਂ ਉਹ ਵੀ ਉੱਥੇ ਬੈਠੀਆਂ ਤੇ ਕੋਈ ਬੰਦਾ ਘਰ ਸਾਂਭਦਾ, ਉੱਤੋਂ ਕਹਿਰ ਕਰੋਪੀ ਕੁਦਰਤ ਦੀ। ਹੁਣ ਸਾਡੀਆਂ ਫਸਲਾਂ 'ਚ ਰੁਲਦੀਆਂ ਦੇਖੀਆਂ, ਰਾਤ ਨੂੰ ਬੰਦਾ ਉੱਠ ਕੇ ਨਾ ਨੀਂਦ ਨਹੀਂ ਆ ਸਕਦੀ, ਸੌ ਨਹੀਂ ਸਕਦਾ, ਇੰਨਾ ਚਾਰੇ ਪਾਸੇ ਇੱਕ ਜਾਬਰ ਸਰਕਾਰ ਦਾ ਜ਼ੁਲਮ, ਇੱਕ ਰੱਬੀ ਕਹਿਰ ਆ ਗਿਆ। ਅੱਜ ਇਹ ਤਾਂ ਹੀ ਸਾਰਾ ਕੁਝ ਹੈਗਾ ਕਿ ਜੇ ਸਾਡੇ ਸਾਲ ਤੋਂ ਉੱਥੇ ਬੈਠੇ ਨੇ। ਮੈਂ ਮੋਦੀ ਸਾਹਿਬ ਦੇ ਜਾਂ ਮੋਦੀ ਦੀ ਬੀਜੇਪੀ ਸਰਕਾਰ ਤੋਂ ਹੈਰਾਨ ਆ ਇਸ ਗੱਲ ਤੋਂ, ਕੀ ਮਾੜਾ ਹੋ ਗਿਆ ਦੇਸ਼ ਨੇ, ਇਹਨਾਂ ਨੂੰ ਪੀਐਮ ਬਣਾਇਆ ਸੀ, ਇਹਨਾਂ ਨੂੰ ਸਰਕਾਰ ਦਿੱਤੀ ਸੀਗੀ, ਅੱਜ ਇਹ ਟੁੱਟ ਕੇ ਕਿਉਂ ਸਾਡੇ ਪਿੱਛੇ ਪੈ ਗਏ ਨੇ ਨਾ ਕਿਸਾਨਾਂ ਜਿਹੜੇ ਜਿਨ੍ਹਾਂ ਦੀ ਰੋਟੀ ਉਹ ਵੀ ਤਾਂ ਉਹਨਾਂ ਦੇ ਬੱਚੇ ਵੀ ਖਾਂਦੇ ਆ। ਜੇ ਉਹਨਾਂ ਨੂੰ ਉਹ ਕਾਨੂੰਨ ਚਾਹੀਦੇ ਨਹੀਂ ਤਾਂ ਧੱਕੇ ਨਾਲ ਕਠੋਸ ਰਹੇ ਨੇ। ਕੀ ਰਾਏ ਲਈ ਸੀ ਕਿਸਾਨਾਂ ਦੀ? ਇਵੇਂ ਜਿਵੇਂ ਆ BSF ਦਾ ਦਾਇਰਾ ਇਹਨਾਂ ਵਧਾਉਣਾ ਚਾਹਿਆ, ਕੀ ਸਾਡੀ ਸਟੇਟ ਨੇ ਮੰਗਿਆ ਹੈ ਕਿ ਸਾਡਾ ਦਾਇਰਾ ਵਧਾਓ? ਕੀ ਪੰਜਾਬ ਪਹਿਲਾਂ ਹੀ ਛੋਟੀ ਸਟੇਟ ਨਹੀਂ ਰਹਿ ਗਈ? ਕੀ ਬਾਰਡਰ ਸਿਕਿਉਰਿਟੀ ਫੋਰਸ ਦਾ ਮਤਲਬ ਹੀ ਕਿ ਬਾਰਡਰ ਤੇ ਬੈਠ ਕੇ ਉਹਨਾਂ ਨੇ ਸਿਕਿਉਰਿਟੀ ਕਰਨੀ ਹੈ? ਤੇ ਜੇ ਖਦਸ਼ਾ ਹੈ ਕਿ ਬਾਹਰੋਂ ਸਮਾਨ ਆ ਰਿਹਾ, ਅੱਤਵਾਦੀ ਆ ਰਿਹਾ, ਨਸ਼ੇ ਆ ਰਹੇ ਤਾਂ ਬਾਰਡਰ ਰਾਹੀਂ ਆਉਂਦੇ ਆ ਨਾ, ਤਾਂ ਬਾਰਡਰ ਤਾਂ ਸਟਰੋਂਗ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਸੋ ਇਹ ਜਿਹੜੀ ਇਹਨਾਂ ਦੀ ਮਾੜੀ ਨੀਅਤ ਹੈ ਬੀਜੇਪੀ ਦੀ, ਮੋਦੀ ਸਰਕਾਰ ਦੀ,
ਧੱਕਾ ਤੇ ਧੋਖਾ ਹੈ ਲੋਕਾਂ ਦੇ ਨਾਲ ਕਰ ਰਹੇ ਨੇ। ਇਹ ਦੋਏ ਚੀਜ਼ਾਂ ਇਹਨਾਂ ਨੇ ਮਾੜੀਆਂ ਕੀਤੀਆਂ, ਦੋਏ ਇਹਨਾਂ ਨੂੰ ਵਾਪਸ ਲੈਣੀਆਂ ਚਾਹੀਦੀਆਂ ਮੋਦੀ ਸਰਕਾਰ ਨੂੰ। ਇਹ ਨਾ ਪੰਜਾਬ ਦੇ ਹਿੱਤ 'ਚ, ਦੇਸ਼ ਦੇ ਹਿੱਤ 'ਚ ਹੈ। 4 ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਇਹ ਗਲ ਘੁੱਟ ਰਹੇ ਆ ਲੋਕਾਂ ਦਾ। ਸੋ ਲੋਕ ਕੋਈ ਵੀ ਅੱਜ ਜੇ ਬੀਜੇਪੀ ਦਾ ਨਾਮ ਵੀ ਲੈਂਦਾ, ਨਾਲ ਰਲਦਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਲੋਕ ਵੀ ਆਪਣਾ ਇਹ ਸਮਝਦੇ ਵੀ ਸਾਡਾ ਇਹ ਹਮਦਰਦ ਨਹੀਂ ਦੁਸ਼ਮਣ ਹੈ। ਸੋ ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਸਾਨੂੰ ਇਸ ਵਕਤ ਵਿਚਾਰ ਕਰਕੇ ਜਿਹੜਾ ਹੈਗਾ ਇਕੱਠੇ ਹੋ ਕੇ ਇਹਨਾਂ ਤੋਂ ਸਾਰਾ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਵਾਪਸ ਹੋਵੇ। ਲੇਕਿਨ ਉਹਦੇ ਨਾਲ ਇਹ ਨਹੀਂ ਕਿ ਸਾਨੂੰ ਕੋਈ ਅਸੀਂ ਇਹ ਆਸ ਕਰੀਏ ਕਿ ਸਾਨੂੰ ਚੰਗਾ ਸਮਝਣਗੇ। ਸਾਨੂੰ ਲੋਕਾਂ ਦੇ ਜੇ ਫਰਜ਼ੀਆ ਕੁਝ ਲੀਡਰ ਉੱਤੇ ਆ ਕੇ ਮੰਨਦੇ ਆ, ਅਸੀਂ ਵੀ ਕਹਿੰਦੇ ਕਿ ਵਾਪਸ ਹੋਣਾ ਚਾਹੀਦਾ ਹੈ। ਬਹੁਤ ਰੋਜ਼ ਬੰਦੇ ਮਰਦੇ ਆ, ਰੋਜ਼ ਸਾਡੀਆਂ ਲਾਸ਼ਾਂ ਆਉਂਦੀਆਂ ਘਰੇ, ਲੇਕਿਨ ਸੱਟਾਂ ਵੱਜੀਆਂ ਭੁੱਲਣੀਆਂ ਨਹੀਂ ਲੋਕਾਂ ਨੂੰ, ਜਿਹੜੀਆਂ ਸੱਟਾਂ ਵੱਜੀਆਂ ਨੇਗੀਆਂ। ਪਰ ਕੈਪਟਨ ਨੇ ਤਾਂ ਸਵਾਗਤ ਕੀਤਾ ਕਿ ਬੀਐਸਐਫ ਡਿਪਲੋਏ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ। ਉਹਨਾਂ ਨੇ ਕਿਹਾ ਕਿ ਦਾਇਰਾ ਵਧਾਇਆ ਗਿਆ ਤਾਂ ਬਹੁਤ ਚੰਗੀ ਗੱਲ ਆ। ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਕਿ ਡਰੋਨ ਆ ਰਹੇ ਆ ਔਰ ਹਥਿਆਰ ਆ ਰਹੇ ਆ, ਪਾਕਿਸਤਾਨ ਚਲਾ ਰਿਹਾ, ਆਈਐਸਆਈ ਸਭ ਕੁਝ ਕਰ ਰਹੀ ਹੈ। ਇਹ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਵੀ ਕੀਤਾ ਕੇਂਦਰ ਦੇ ਇਸ ਫੈਸਲੇ ਦਾ। ਦੇਖੋ, ਆ ਰਹੇ ਨੇ ਡਰੋਨ ਜਾਂ ਆਈਐਸਆਈ ਦਾ ਜਾਂ ਉਰਲਾ ਪਰਲਾ ਜੋ ਇਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ, ਤਾਂ ਕੋਈ ਤਾਂ ਕਿਤੋਂ ਤਾਂ ਕੋਈ ਕਾਰਨ ਕਿਸੇ ਨੂੰ ਤਾਂ ਕਿਸੇ ਚੀਜ਼ ਨੂੰ ਤਾਂ ਸੋਚ ਕੇ ਕਿਹਾ ਹੀ ਹੋਣਾ ਇਹਨਾਂ ਨੇ, ਕਿਉਂ ਕਿਹਾ, ਕਿਵੇਂ ਹੋਇਆ, ਕਦੋਂ ਕੁ ਤੋਂ ਆਉਣ ਲੱਗਿਆ, ਕੀ ਹੋਏ ਨੇ। ਤੇ ਇਹ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਅੱਗੇ ਗੱਲਾਂ ਕਿ ਇਹ ਸਾਰਾ ਕੁਝ ਜੇ ਹੋ ਰਿਹਾ ਤਾਂ ਕੀ ਇਸ ਤਰ੍ਹਾਂ ਰੁਕ ਜਾਣਾ ਸਾਰਾ ਕੁਝ? ਇਹ ਕੀ ਜਿਹੜੀ ਸਾਡੀ ਬਾਰਡਰ ਸਿਕਿਉਰਿਟੀ ਫੋਰਸ ਬੈਠੀ ਸੀ 15 ਕਿਲੋਮੀਟਰ ਤੱਕ, ਤਾਂ ਉਹ 15 ਕਿਲੋਮੀਟਰ ਤੱਕ ਬੈਠ ਕੇ ਜੇ ਰੋਕ ਨਹੀਂ ਸਕੀ ਤਾਂ ਉਹ 50 ਕਿਲੋਮੀਟਰ ਅੰਦਰ ਬੈਠ ਕੇ ਰੋਕ ਸਕੂਗੀ? ਉਹਨਾਂ ਨੇ ਕਿਉਂ ਕਿਹਾ, ਕਿਵੇਂ ਕਿਹਾ, ਕਿਹਨੇ ਕੀਤਾ ਹੈ? ਉਹਦਾ ਮੈਂ ਦੇਖਿਆ ਕਿ ਜੋ ਗੱਲਾਂ ਕਹੀਆਂ ਉਹਦੇ ਤੇ ਕਈ ਬੀਜੇਪੀ ਨੇ ਕੀਤਾ ਹੈ। ਉਹਦਾ ਮੈਂ ਦੇਖਿਆ ਕਿ ਜੋ ਗੱਲਾਂ ਕਹੀਆਂ ਉਹਦੇ ਤੇ ਕਈ ਬੀਜੇਪੀ ਦੇ ਲੀਡਰਾਂ ਨੇ ਵੀ ਉਹਨੂੰ ਚੰਗਾ ਕਿਹਾ, ਅਕਾਲੀ ਦਲ ਦੇ ਨੇ ਵੀ ਚੰਗਾ ਕਿਹਾਗਾ, ਲੇਕਿਨ ਨਾ ਪੰਜਾਬ ਉਹਨੂੰ ਚੰਗਾ ਕਹਿੰਦਾ, ਨਾ ਪੰਜਾਬ ਦੀਆਂ ਬਾਕੀ ਸਾਰੀਆਂ ਪਾਰਟੀਆਂ ਚੰਗਾ ਕਹਿੰਦੀਆਂ। ਕੱਲੀ ਬੀਜੇਪੀ ਹੈ ਤੇ ਮਾੜੀ ਮੋਟੀ ਜਿਹੜੀ ਸਮਝਦੀ ਹੈ ਕਿ ਇਹ ਠੀਕ ਹੈਗਾ। ਤੇ ਕੱਲੀ ਬੀਜੇਪੀ ਤੇ ਵਰਸਸ ਸਾਰਾ ਦੇਸ਼, ਕੰਟਰੀ ਤੇ ਪੰਜਾਬ, ਇਹ ਇੱਕ ਪਾਸੇ ਹੈ। ਜੇ ਅਸੀਂ ਪੰਜਾਬੀਆਂ ਤਾਂ ਪੰਜਾਬ ਨਾਲ ਖੜਦਾ ਹੈ, ਅਸੀਂ ਜਾ ਕੇ ਉੱਪਰ ਖੜਨਾ ਹੈ। ਇਹ ਸਿਆਣਾ ਲੀਡਰ ਜ਼ਰੂਰ ਸੋਚ ਕੇ ਫੈਸਲਾ ਕਰੂਗਾ। ਜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਲਾਹ ਦਿਓਗੇ, ਕਿਉਂਕਿ ਤੁਸੀਂ ਵੀ ਸੀਐਮ ਰਹੇ ਹੋ, ਤੁਸੀਂ ਗੱਲਾਂ ਜਿਹੜੀਆਂ ਕਹੀਆਂ ਕਿ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ, ਪਰ ਕੋਈ ਨਿੱਜੀ ਤੌਰ ਤੇ ਕੋਈ ਹੁਣ ਤੱਕ ਫੋਨ ਤੇ ਗੱਲ ਹੋਈ ਉਹਨਾਂ ਦੇ ਨਾਲ? ਦੇਖੋ, ਮੈਂ ਦੱਸਿਆ ਕਿ ਜਦੋਂ ਸੀਐਮ ਸੀ ਉਦੋਂ ਮੇਰੇ ਕੋਲ ਆਏ ਸੀ, ਉਦੋਂ ਮੈਂ ਸਲਾਹ ਦੇ ਚੁੱਕੀ ਹਾਂ ਆਲਰੇਡੀ। ਸਲਾਹ ਮੰਨਣਾ ਨਾ ਮੰਨਣਾ ਤੇ ਸਲਾਹ ਦੇਣਾ ਹੋਰ ਚੀਜ਼ ਹੈ। ਮੈਂ ਦਿੱਤੀ ਹੈ, ਮੈਂ ਜਿਉਂਦੀ ਜਾਗਦੀ ਐਗਜ਼ਾਮਪਲ ਬੈਠੀ ਹੈਗੀ ਇਹਨਾਂ ਮੂਰੇ। ਲੇਕਿਨ ਅੱਜ ਕੀ ਕਰਨਾ, ਨਾ ਉਹਨਾਂ ਨੇ ਮੈਨੂੰ ਸਲਾਹ ਪੁੱਛੀ ਹੈ ਇਸ ਤੇ ਬਿਨਾਂ ਮੰਗੇ ਸਲਾਹ ਮੈਂ ਕਦੇ ਕਿਸੇ ਨੂੰ ਦਿੰਦੇ ਨਹੀਂ ਹੈਗੀ। ਸੋ ਇਸ ਲਈ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਆ ਜਿਹੜਾ ਮੈਂ ਤਾਂ ਇਸ ਗੱਲ ਤੋਂ ਹੀ ਪਰੇਸ਼ਾਨ ਹਾਂ ਕਿ ਮਹੀਨਾ ਟਾਈਮ ਥੋੜਾ ਰਹਿ ਗਿਆ। ਠੀਕ ਹੈ, ਸਾਡੀ ਸਰਕਾਰ ਬਦਲੀ ਹੈ, ਚੰਨੀ ਆਏ ਹੈ, ਐਫਰਟ ਕਰ ਰਹੇ ਹੈ, ਦਿਨ ਰਾਤ ਸਾਰੇ ਮਿਨਿਸਟਰ ਵੀ ਲੱਗੇ ਹੋਏ ਆ, ਚੰਨੀ ਵੀ ਕੋਸ਼ਿਸ਼ ਕਰ ਰਹੇ ਹੈ ਸਧਾਰਨ ਪਰਿਵਾਰ ਚੋਂ ਆ ਕੇ ਅਸੀਂ ਸਾਰੇ ਕੰਮ ਕਰੀਏ। ਤੇ ਭਾਵੇਂ ਮੈਂ ਜਿਵੇਂ ਬਾਰ-ਬਾਰ ਕਹਿੰਦੀ ਹਾਂ ਕਿ ਟਾਈਮ ਭਾਵੇਂ ਛੋਟਾ ਹੈ, ਸਪੀਡ ਦੇ ਨਾਲ ਜਿਹੜੀ ਨਾ ਕੰਮ ਕਰਨਾ ਉਹ ਸਾਰਾ ਬਿਊਰੋਕ੍ਰੇਸੀ ਨੂੰ ਵੀ ਉਹਨਾਂ ਤੇਜ਼ੀ ਨਾਲ ਚੱਲਣਾ ਪਊਗਾ। ਇਹਦੇ ਬਾਵਜੂਦ ਜਿਵੇਂ ਆ ਕੁਛ ਚਰਚਾ ਤੇ ਜਿਹੜੇ ਮਿਹਣੋ ਤਾਣੀਆਂ ਜੇ ਹੈਗੇ, ਇਹ ਮੰਦਭਾਗੀ ਗੱਲ ਹੈ। ਕੌਣ ਆ ਗਿਆ, ਕਿਹਦੀ ਫੋਟੋ ਕਿਵੇਂ, ਬਲਕਿ ਮੈਂ ਇਸ ਮਾਮਲੇ ਤੇ ਬਹੁਤਾ ਨਹੀਂ ਪਹਿਲਾਂ ਬੋਲੀ ਸੀਗੀ। ਪਰ ਅਰੂਸਾ ਆਲਮ ਦਾ ਜ਼ਿਕਰ ਹੋ ਰਿਹਾ ਬਹੁਤ ਵੱਡੇ ਪੱਧਰ ਤੇ, ਜਿੱਦਾਂ ਕਿ ਅਰੂਸਾ ਆਲਮ ਹੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੋਵੇ। ਕੈਪਟਨ ਅਮਰਿੰਦਰ ਸਿੰਘ ਵੀ ਉਸ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਨੇ, ਸੋਨੀਆ ਗਾਂਧੀ ਹੁਣਾਂ ਦੇ ਨਾਲ ਵੀ ਫੋਟੋ ਸ਼ੇਅਰ ਕੀਤੀ, ਔਰ ਬਹੁਤ ਸਾਰੇ ਲੋਕਾਂ ਦੇ ਨਾਲ, ਇੱਥੋਂ ਤੱਕ ਕਿ ਮੁਹੰਮਦ ਮੁਸਤਫਾ ਨੇ ਫੋਟੋ ਸ਼ੇਅਰ ਕੀਤੀ ਸਾਬਕਾ ਡੀਜੀਪੀ ਤੇ ਉਹਨਾਂ ਦੀ ਪਤਨੀ ਦੇ ਨਾਲ, ਜੋ ਕਿ ਸਰਕਾਰ ਨੂੰ ਚਲਾਉਂਦੇ ਰਹੇ ਆ। ਤਾਂ ਫਿਰ ਸਰਕਾਰ ਪੂਰੀ, ਲੋਕ ਕਹਿ ਰਹੇ ਕਿ ਗੋਦ ਦੇ ਵਿੱਚ ਬੈਠੀ ਸੀ ਅਰੂਸਾ ਆਲਮ ਦੇ। ਦੇਖੋ, ਜਿਹੜੀਆਂ ਫੋਟੋਆਂ ਦਾ ਮਾਮਲਾ ਫੋਟੋ ਚੈਪਟਰ ਹੈ, ਮੈਂ ਇਸ ਦੇ ਉੱਤੇ ਪਹਿਲਾਂ ਇਸੇ ਕਰਕੇ ਕਿ ਜਿਹੜੇ ਲੋਕ ਆਪੇ ਗੱਲ ਕਰਨਗੇ, ਮੈਂ ਨਹੀਂ ਇਸ ਤੇ ਗੱਲ ਕਰਨਾ ਚਾਹੁੰਦੀ ਸੀ। ਲੇਕਿਨ ਜਦੋਂ ਸੋਨੀਆ ਜੀ ਨਾਲ ਇੱਕ ਫੋਟੋ ਦਿਖਾਈ ਗਈ, ਫਿਰ ਮੈਂ ਚੁੱਪ ਨਹੀਂ ਬੈਠ ਸਕਦੀ ਸੀ। ਉਸ ਦੇ ਉੱਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇੰਨੀ ਹੋਛੀ ਤੇ ਛੋਟੀ ਪੋਲਿਟਿਕਸ ਦੇ ਉੱਤੇ ਮਿਹਨਤਾਨੀ ਹੋ ਕੇ ਹੋਣਾ ਸੀਨੀਅਰ ਲੀਡਰਾਂ ਦਾ, ਸੀਨੀਅਰ ਪੋਜੀਸ਼ਨਾਂ ਤੇ ਰਹਿਣ ਵਾਲੇ ਬੰਦਿਆਂ ਦੇ ਅਹੁਦੇ ਵੀ ਇਸ ਦੇ ਉੱਤੇ ਜਿਹੜੇ ਲੱਗਦੇ ਆ, ਦੇਖਦੇ ਆ ਕਿ ਐਡੇ ਅਹੁਦਿਆਂ ਦੀ ਅਸੀਂ ਕਿਤੇ ਤੋਹੀਨਤਾ ਨਹੀਂ ਕਰ ਰਹੇ। ਜਿੱਥੋਂ ਤੱਕ ਸੋਨੀਆ ਜੀ ਦੀ ਫੋਟੋ ਦਾ ਸਵਾਲ ਹੈ, ਉਹ ਆਪ ਹੀ ਉਹਨੇ ਕਿਹਾ, ਅਰੂਸਾ ਆਲਮ ਨੇ, ਕਿ 2005 ਦੀ ਹੈ। 2005 ਚ ਸੋਨੀਆ ਗਾਂਧੀ ਜੀ ਇਕੱਲੇ ਸਾਡੀ ਨੈਸ਼ਨਲ ਕਾਂਗਰਸ ਪਾਰਟੀ ਦੇ ਹੈੱਡ ਨਹੀਂ ਸੀ, ਉਹ ਯੂਪੀਏ ਦੇ ਹੈੱਡ ਸੀ। ਯੂਪੀਏ ਦੇ ਹੈੱਡ ਹੋਣ ਦੇ ਨਾਤੇ ਜੋ ਬਾਹਰਲੇ ਮੁਲਕਾਂ ਦੇ ਆਉਂਦੇ ਹੈ, ਚਾਹੇ ਪ੍ਰਾਈਮ ਮਿਨਿਸਟਰ ਆਉਂਦੇ ਹੈ, ਅਫਸਰ ਆਉਂਦੇ ਨੇ ਸੀਨੀਅਰ ਲੈਵਲ ਦੇ, ਕੋਈ ਡੈਲੀਗੇਸ਼ਨਸ ਆਉਂਦੇ ਆ, ਕੋਈ ਮੀਡੀਆ ਦੇ ਆਉਂਦੇ ਆ, ਕੋਈ ਪ੍ਰੈਸ ਦੇ ਆਉਂਦੇ ਆ, ਉਹ ਸਾਰੇ ਕਿਉਂਕਿ ਹਿੰਦੁਸਤਾਨ ਸਾਡੇ ਦੇਸ਼ ਦੀ ਕਾਂਗਰਸ ਪਾਰਟੀ ਦੀ, ਇੰਦਰਾ ਗਾਂਧੀ ਜੀ ਪ੍ਰਾਈਮ ਮਿਨਿਸਟਰ ਰਹੇ, ਇੱਕ ਔਰਤ ਇੰਡੀਆ ਦੇ ਵਿੱਚ ਪਹਿਲੀ ਵਾਰ ਬਣੀ ਸੀਗੀ, ਔਰ ਉਸੇ ਪਾਰਟੀ ਦੇ ਅੱਜ ਸੋਨੀਆ ਜੀ ਇੱਕ ਪਾਰਟੀ ਤੇ ਯੂਪੀਏ ਦੇ ਹੈੱਡ ਬਣੇ ਨੇਗੇ। ਨੈਚੁਰਲ ਤੌਰ ਤੇ ਕਟਸੀ ਕਾਲ ਕਰਨ ਸਾਰੇ ਆਉਂਦੇ ਨੇ। ਕਟਸੀ ਕਾਲ ਕਰਨ ਜਾਣਾ ਜਾਂ ਹੋਰ ਵੀ ਉਸ ਤੋਂ ਬਾਅਦ ਕਿਸੇ ਦੇ ਨਾਲ ਛੋਟੀਆਂ ਮੋਟੀਆਂ ਫੋਟੋਆਂ ਹੋਣੀਆਂ, ਜੇ ਕੋਈ ਕਿਸੇ ਦੇ ਘਰੇ ਆਇਆ ਹੈ, ਮਹਿਮਾਨ ਹੈ, ਤਾਂ ਉੱਥੇ ਫੰਕਸ਼ਨ ਹੈ, ਤਾਂ ਉਹ ਇੱਕ ਸੋਸ਼ਲ ਕਟਸੀ ਹੋ ਜਾਂਦੀ ਹੈ ਕਿ ਮਿਲ ਲੈਣਾ, ਫੋਟੋਆਂ ਕਰਨਾ। ਇਹ ਚੀਜ਼ ਦੇ ਨਾਲ ਬਾਕੀ ਮਾਮਲਿਆਂ ਦਾ ਕੀ ਤਾਲੁਕ ਰੱਖਦਾ ਹੈ? ਮੈਂ ਦੇਖਿਆ ਸੁਖਜਿੰਦਰ ਸਿੰਘ ਰੰਧਾਵਾ, ਜਿਹੜਾ ਇੱਕ ਨੈਸ਼ਨਲਿਸਟ ਬਾਪ ਦਾ ਬੇਟਾ ਹੈ, ਸੰਤੋਖ ਸਿੰਘ ਰੰਧਾਵਾ ਜੀ ਦਾ, ਉਹਨਾਂ ਦਾ ਵੀ ਜਿੱਥੋਂ ਤੱਕ ਉਹਨਾਂ ਨੇ ਇਹ ਕਿਹਾ ਹੈਗਾ ਕਿ ਅਸੀਂ ਇਹਦਾ
ISI ਨਾਕੀ ਹੈ ਸੰਬੰਧ, ਉਹ ਸਾਡੀ ਜੁਰਿਸਡਿਕਸ਼ਨ ਹੈ ਨਹੀਂ ਪੰਜਾਬ ਦੀ, ਉਹ ਗਵਰਨਮੈਂਟ ਆਫ ਇੰਡੀਆ ਦੀ ਹੈ। ਉੱਥੋਂ ਵੀਜ਼ੇ ਲਵਾ ਕੇ ਆਏ ਤਾਂ ਹੀ ਉਹ ਕਟਸੀ ਕਾਲ ਕਰਨ ਵਾਸਤੇ ਆਦੇ ਮੁਲਕ ਦੇ ਵਿੱਚ ਆਉਣ ਦੀ ਇਜਾਜ਼ਤ ਮਿਲੀ ਤਾਂ ਹੀ ਕੀਤਾ ਹੈਗਾ। ਹਾਂ, ਜੇ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਸ਼ੱਕ ਸ਼ੁਬਾ ਕਿ ਮੈਂ ਆਪਣਾ ਮਹਿਕਮਾ ਚਲਾਉਣਾ, ਸਾਡੀ ਅਮਨ ਸ਼ਾਂਤੀ ਨੂੰ ਖਤਰਾ ਹੈ, ਕੋਈ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ, ਬੜੇ ਸੀਨੀਅਰ, ਬੜੇ ਸਮਝਦਾਰ, ਬੜੀ ਜਿਹੜੀ ਉਹ ਬਾਰ-ਬਾਰ ਕਹਿ ਰਹੇ ਨੇ ਕਿ ਇੱਥੇ ਆ ਖਤਰਾ ਹੈ, ਖਤਰਾ ਖਤਰਾ ਹੈ, ਜੋ ਖਤਰਾ ਸਮਝਦੇ ਹੈ, ਤਾਂ ਅਗਰ ਇਹ ਵੱਖਰਾ ਮਾਮਲਾ ਹੈ ਕਿ ਉਹ ਕੋਈ ਐਸੀ ਚੀਜ਼ ਦੇਖਣਾ ਚਾਹੁੰਦੇ ਹੋਣ ਕਿ ਕਿੱਥੋਂ ਖਤਰਾ ਹੈ, ਕੋਈ ਐਸੀ ਤਾਂ ਨਹੀਂ ਕਿਉਂਕਿ ਸਾਡੇ ਜਿਹੜੇ ਕੋਈ ਮਹਿਮਾਨ ਇਹੋ ਜਿਹੇ ਆਏ ਹੋਣ ਤੇ ਉਹ ਸਾਡੀ ਸਰਕਾਰ ਦੇ ਵਿੱਚ ਐਕਸੈਸ ਤਾਂ ਨਹੀਂ ਸੀ ਉਹਨਾਂ ਦੀ, ਕੋਈ ਸਾਡੇ ਆਪਣੇ ਕੋਈ ਸੀਕ੍ਰੇਸੀ ਤਾਂ ਨਹੀਂ ਉੱਥੋਂ ਆਊਟ ਹੋ ਗਈ। ਅਗਰ ਇਹ ਜੀ ਗੱਲ ਜਾਣਨਾ ਚਾਹੁੰਦੇ, ਇਹ ਵੀ ਇੰਟਰਨਲ ਬੈਠ ਕੇ, ਬਾਹਰ ਨਹੀਂ ਕਰਨੀ ਚਾਹੀਦੀ, ਇਹ ਸਾਰੀਆਂ ਇੰਟਰਨਲ ਬੈਠ ਕੇ ਉਹਨਾਂ ਨਾਲ ਬੈਠ ਕੇ ਵੀ ਗੱਲ ਕਰੋ ਸਕਦੇ ਆ, ਜੇ ਕਹਿ ਸਕਦੇ ਵੀ ਤੁਹਾਡੇ ਖਦਸ਼ੇ ਕਿਉਂ ਹੈ, ਕੀ ਹੈ, ਕੋਈ ਐਸੀ ਗੱਲ ਤਾਂ ਨਹੀਂ ਸਾਨੂੰ ਡਰ ਵਾਲੀ ਕਿ ਸਾਡੀ ਕਿਸੇ ਪਾਸੇ ਹੋਵੇ। ਲੇਕਿਨ ਮੈਂ ਇਸ ਮਾਮਲੇ ਵਿੱਚ ਨਹੀਂ ਮੈਂ ਇਹ ਕੁਝ ਕਹਿਣਾ ਚਾਹੁੰਦੀ, ਇਹ ਉਹਨਾਂ ਦਾ ਮਾਮਲਾ। ਮੈਂ ਸਿਰਫ ਤੇ ਸਿਰਫ ਜਿਹੜੀ ਉਹ ਫੋਟੋ ਦਿਖਾਈ ਗਈ, ਫੋਟੋਆਂ ਤਾਂ ਅਸੀਂ ਪੋਲੀਟੀਸ਼ੀਅਨ ਜਾਂਦੇ ਸਾਰਿਆਂ ਦੇ, ਕਈਆਂ ਨਾਲ ਬਹੁਤ ਸਾਰਿਆਂ ਦੇ ਹੋ ਜਾਂਦੀਆਂ, ਵਿਆਹ ਫੰਕਸ਼ਨ ਜਾਂਦੇ ਹੋ ਜਾਂਦੀਆਂ ਨੇ ਕਿ ਸਮਾਗਮਾਂ 'ਚ ਫੋਟੋ ਦਾ ਮੈਟਰ ਕੋਈ ਬਹੁਤਾ ਵੱਡਾ ਫੋਟੋ ਨਹੀਂ, ਉਹਨੂੰ ਦਿਖਾ ਕੇ ਸਾਨੂੰ ਇੰਨੀ ਹੋਛੀ ਪੋਲੀਟਿਕਸ ਨਹੀਂ ਕਰਨੀ ਚਾਹੀਦੀ। ਕਹਿੰਦੇ ਕਿ ਸਰਕਾਰ ਹੀ ਰੂਸਾ ਆਲਮ ਹੋਣਾ ਨੇ ਚਲਾਈ ਹੈ, ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਕਿ ਦਫ਼ਤਰੋਂ ਕਹਿੰਦੇ ਫੋਨ ਜਾਂਦੇ ਰਹੇ ਆ, ਰੂਸਾ ਆਲਮ ਦੇ ਅਫਸਰ ਇੱਧਰ ਉੱਧਰ ਕਰਨੇ ਹੁੰਦੇ ਸੀ, ਉਹਨਾਂ ਲਈ ਵੀ ਫੋਨ ਜਾਂਦੇ ਰਹੇ। ਦੇਖੋ, ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਕੀ ਹੋਇਆ, ਕਿਉਂਕਿ ਨਾ ਤਾਂ ਮੈਂ ਸਰਕਾਰ 'ਚ ਹਾਂ ਇਸ ਵੇਲੇ ਤੇ ਨਾ ਮੈਂ ਪਾਰਟੀ ਦੀ ਕਿਸੇ ਹੈੱਡ ਪੋਸਟ ਤੇ ਹੈਗੀ ਇਸ ਵੇਲੇ, ਤੇ ਇਸ ਕਰਕੇ ਮੈਂ ਇਸ ਤੇ ਨਹੀਂ, ਮੈਂ ਜਿਵੇਂ ਦੱਸਿਆ ਕਿ ਮੈਂ ਤਾਂ ਉਹਨਾਂ ਕੰਸਰਨ ਸੀ ਮੇਰਾ ਕਿ ਸੋਨੀਆ ਜੀ ਨਾਲ ਫੋਟੋ ਜਿਹੜੀ ਹੈਗੀ ਉਹਦਾ ਮੈਟਰ ਹੀ ਨਹੀਂ ਕੁਝ ਬਣਦਾ, ਉਹ ਤਾਂ ਵੱਖਰੀ ਗੱਲ, ਉਹ ਸਾਰਿਆਂ ਨਾਲ ਬਹੁਤ ਸਾਰੇ ਲੋਕਾਂ ਨਾਲ ਉਹਨੇ ਫੋਟੋ ਹੋਈਆਂ ਹੋਣੀਆਂ ਤੇ ਉਹਦਾ ਕੋਈ ਤਲਕ ਨਹੀਂ ਰੱਖਦਾ। ਉਨੀ ਗੱਲ ਤੇ ਉੱਤੇ ਕਹਿਣਾ ਚਾਹੁੰਦੀ ਸੀ। ਬਾਕੀ ਆ ਜਿਹੜੇ ਕਹਿੰਦੇ ਨੇ, ਕੌਣ ਕਹਿੰਦੇ ਨੇ ਤੇ ਉਹਦਾ ਜਵਾਬ ਕਿਹਨੂੰ ਦੇਣਾ ਚਾਹੀਦਾ, ਨਹੀਂ ਦੇਣਾ ਚਾਹੀਦਾ, ਇਹ ਵੱਖਰਾ ਵਿਸ਼ਾ ਹੈ, ਇਸ ਦੇ ਉੱਤੇ ਮੈਂ ਨਹੀਂ ਕੁਝ ਕਹਿਣਾ ਚਾਹੁੰਦੀ। ਇੱਕ ਗੱਲ ਤੁਸੀਂ ਬਹੁਤ ਵੱਡੀ ਕਹੀ ਹੈ ਕਿ ਕੈਪਟਨ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ, ਲੰਬਾ ਸਮਾਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਰਹੇ, ਪ੍ਰਧਾਨ ਵੀ ਰਹੇ ਨੇ ਔਰ ਸਾਰੀਆਂ ਚੀਜ਼ਾਂ, ਪਰ ਜਦੋਂ ਪਾਰਟੀ ਤੋਂ ਲਾਹੇ ਜਾਣ ਤੋਂ ਬਾਅਦ ਫਿਰ ਇਸ ਤਰ੍ਹਾਂ ਦੀਆਂ ਬਿਆਨਬਾਜ਼ੀ ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਹੇ ਜਾਂ ਇਸ ਮੌਕੇ ਤੇ ਬਹੁਤ ਸਾਰੇ ਲੋਕ ਕਹਿੰਦੇ ਕਿ ਇਸ ਸਮੇਂ ਉਹਨਾਂ ਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ, ਕੀ ਕਹੋਗੇ? ਦੇਖੋ, ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਤਾਂ ਸਾਹਮਣੇ ਐਗਜ਼ਾਮਪਲ ਬੈਠੀ ਹਾਂ, ਮੈਨੂੰ ਵੀ ਮੇਰੀ ਪਾਰਟੀ ਨੇ ਬਹੁਤ ਦਿੱਤਾ, ਇਕੱਲੇ ਕੈਪਟਨ ਨੂੰ ਨਹੀਂ, ਕੈਪਟਨ ਨੂੰ ਵੀ ਦਿੱਤਾ ਬਹੁਤ ਕੁਝ, ਮੈਨੂੰ ਬਹੁਤ ਦਿੱਤਾ, ਜਾਖੜ ਨੂੰ ਵੀ, ਬਲਰਾਮ ਜਾਖੜ ਦੀ ਬੜੀ ਇੱਜ਼ਤ ਕਰਦੀਆਂ ਨੇ, ਉਹਨਾਂ ਦਾ ਬੇਟਾ ਕਾਬਲ ਹੈ, ਪੜ੍ਹਿਆ ਲਿਖਿਆ, ਉਹਨਾਂ ਨੂੰ ਵੀ ਪਾਰਟੀ ਪ੍ਰਧਾਨ ਮੈਥੋਂ ਉਠਾ ਕੇ CLP ਦਾ ਬਣਾਇਆ, ਫਿਰ ਪਾਰਟੀ ਪ੍ਰਧਾਨ ਬਣਾਇਆ, MP ਟਿਕਟ ਜਾਂ ਅਸੈਂਬਲੀ ਟਿਕਟ ਜੋ ਕੁਝ ਵੀ ਦਿੱਤਾ ਹੈਗਾ। ਤੇ ਮੈਂ ਤਾਂ ਹੀ ਕਹਿੰਦੀ ਹਾਂ ਕਿ ਸਾਰਾ ਜੋ ਤੁਹਾਡੇ ਬਰਦਾਸ਼ਤ ਦਾ ਮਾਦਾ ਜਿਹੜਾ ਅੱਜ ਕੱਲ੍ਹ ਘਟਦਾ ਜਾ ਰਿਹਾ, ਬਰਦਾਸ਼ਤ ਦਾ ਮਾਦਾ ਹੋਣਾ ਚਾਹੀਦਾ ਹੈ। ਜੇ ਪਾਰਟੀ ਸਾਨੂੰ ਦਿੰਦੀ ਹੈ ਤਾਂ ਉਹਨਾਂ ਤਾਂ ਹੱਕ ਰੱਖਦੀ ਹੈ ਨਾ, ਜੇ ਕਿਸੇ ਵਕਤ ਕੋਈ ਜ਼ਰੂਰਤ ਹੈ, ਹਮੇਸ਼ਾ ਪਰਮਾਨੈਂਟ ਤਾਂ ਕਦੇ ਕੋਈ ਬੈਠਾ ਹੀ ਨਹੀਂ ਰਿਹਾ, ਤੇ ਸਾਨੂੰ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਉੱਥੇ ਸਾਨੂੰ ਆਪਣਾ ਗੁੱਸੇ ਵਿੱਚ ਆ ਕੇ ਆਪਣੇ ਇਹੋ ਜਿਹੇ ਫੈਸਲੇ ਜਿਹੜੇ ਸਾਡੇ ਕਰੈਕਟਰ ਤੇ ਵੀ ਕੁਐਸਚਨ ਚਿੰਨ੍ਹ ਲਾਉਂਦੇ ਹੋਣ, ਉਹਨਾਂ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ। ਸਾਨੂੰ ਪਾਰਟੀ ਦੇ ਨਾਲ ਜੇ ਹਾਂ ਜੇ ਸਿੰਸੀਅਰ ਆ, ਜੇ ਪਾਰਟੀ ਨੇ ਸਾਨੂੰ ਇੰਨਾ ਕੁਝ ਕੀਤਾ ਸੀ, ਉਹਦੀ ਸਾਨੂੰ ਕਰਨਾ ਚਾਹੀਦਾ, ਥੈਂਕਫੁਲ ਹੋਣਾ ਚਾਹੀਦਾ। ਤਾਂ ਇਹ ਨਹੀਂ ਕਿ ਅੱਜ ਲੈ ਲਿਆ ਅੱਜ ਅਸੀਂ ਉਹਨਾਂ ਦੇ ਖਿਲਾਫ ਹੋਈਏ। ਮੈਂ ਸਮਝਦੀ ਹਾਂ ਕਿ ਇਹ ਵੀ ਸ਼ਾਇਦ ਗੁੱਸੇ 'ਚ ਕੈਪਟਨ ਸਾਹਿਬ ਕਹੇ ਕਿ ਅਜੇ ਵੀ ਵਿਚਾਰ ਕਰਨ ਇਸ ਦੇ ਉੱਤੇ, ਤੇ ਇਹ ਸਾਰਾ ਕੁਝ ਪਾਰਟੀ ਦੇ ਵਿੱਚ ਬੈਠ ਕੇ ਉਹਨਾਂ ਦੀ ਹੋਰ ਜ਼ਿਆਦਾ ਇੱਜ਼ਤ ਹੈ। ਕੱਲ੍ਹ ਨੂੰ ਬੜੇ ਹੋਰ ਦਾਇਰੇ ਆ, ਵਰਕਿੰਗ ਕਮੇਟੀਆਂ ਨੇ ਹੋਰ ਹੈ ਕਿਸ ਥਾਂ ਤੇ ਇਹ ਸਾਰੀ ਗਾਂਧੀ ਪਰਿਵਾਰ ਦਾ ਨੇੜਤਾ ਰਹੀ ਹੈ ਉਹਨਾਂ ਦੀ। ਔਰ ਪੰਜਾਬ ਦੇ ਵਿੱਚ ਮੈਂ ਸਮਝਦੀ ਸੀ ਪਿਛਲੇ ਸਮੇਂ 'ਚ, ਤੁਸੀਂ ਮੇਰੇ ਕੋਲ ਆਉਂਦੇ ਰਹੇ ਹੋ, ਕਿ ਉਸ ਸਮੇਂ 'ਚ ਐਡਮਿਨਿਸਟ੍ਰੇਟਿਵਲੀ ਜਿਹੇ ਜਿਹੇ ਹਾਲਾਤ ਸੀ, ਚੰਗਾ ਕੰਮ ਕੀਤਾ ਉਸ ਵੇਲੇ ਵੀ, ਬਹੁਤ ਸਾਰੇ ਕੰਮ ਰਹਿ ਗਏ ਜਿਹੜੇ ਨਹੀਂ ਰਹੇ, ਜਿਹੜੇ ਸਾਡੇ ਅੱਜ ਸਵਾਲ ਕਰਦੇ ਆ ਲੋਕ, ਜਾਂ ਸਾਡੀ ਪਾਰਟੀ ਸਰਕਾਰ ਕਰਨੀ ਚਾਹੁੰਦੀ ਹੈ, ਰਹਿ ਗਏ, ਕੁਝ ਰਹੇ ਵੀ ਹੈਗੇ ਨੇ। ਤੇ ਇਸ ਕਰਕੇ ਜੇ ਰਹਿ ਗਏ ਤਾਂ ਸਗੋਂ ਇਹੀ ਵੱਡੇ ਦਿਲ ਨਾਲ ਕਹਿਣਾ ਚਾਹੀਦਾ ਕਿ ਮੈਨੇ ਜਿੱਦੀ ਕੋਸ਼ਿਸ਼ ਹੋਈ ਮੈਂ ਕੀਤੀ, ਜਿਹਨੇ ਰਹਿ ਗਿਆ ਮੇਰੀ ਹੁਣ ਨਵੀਂ ਟੀਮ ਕਰੂ, ਮੇਰਾ ਥਾਪੜਾ ਹੈਗਾ। ਇਹ ਇੱਕ ਬੜੱਪਣ ਦਾ ਨਿਸ਼ਾਨੀ ਹੈਗੀ ਹੈ। ਪਰ ਮੈਂ ਕਿਉਂਕਿ ਉਹਨਾਂ ਦਾ ਆਪਣਾ ਸੋਚ ਹੈ, ਉਹਨਾਂ ਦੀ ਆਪਣੀ ਗੱਲ ਹੈਗੀ ਹੈ, ਤੇ ਮੇਰੀ ਸੋਚ ਇਹ ਹੈ, ਮੈਨੂੰ ਹਟਾਇਆ, ਮੈਂ ਬੈਠੀ ਹਾਂ। ਮੈਨੂੰ ਜਿਸ ਵਕਤ ਮੇਰੇ ਕੋਲ 2 ਅਹੁਦੇ ਸੀ, ਮੈਂ ਖੁਦ ਜਾ ਕੇ ਕਿਹਾ ਸੀ ਮੈਡਮ ਨੂੰ ਕਿ ਮੈਡਮ ਮੇਰੇ ਕੋਲ 2 ਅਹੁਦੇ ਹੈ, ਮੈਂ ਇੱਕ ਅਹੁਦਾ ਵਾਪਸ ਕਰਨਾ ਚਾਹੁੰਦੀ ਹਾਂ, ਤੇ ਮੈਂ ਇਹਨੂੰ ਬਣਾ ਕੇ ਲਿਆਈ ਸੀ ਮਹਿੰਦਰ ਸਿੰਘ KP ਨੂੰ। ਲੋਕ ਮੰਗਦੇ ਹੁੰਦੇ ਆ, ਮੈਂ ਛੱਡ ਹੁੰਦਾ ਵਾਸਤੇ ਕਹਿ ਕੇ ਆਈ ਸੀ। ਦੂਜੀ ਵਾਰ ਫਿਰ ਜਦੋਂ ਚੌਧਰੀ ਜਗਜੀਤ ਨੂੰ ਬਣਾਇਆ, ਮੈਨੂੰ ਕਿਸੇ ਪ੍ਰੋਬਲਮ ਦੇ ਵਿੱਚ ਬਾਹਰ ਜਾਣਾ ਪਿਆ ਸੀਗਾ, ਤੇ ਮੈਂ ਬੰਦ ਲਿਫਾਫਾ, ਸੋਨੀਆ ਜੀ ਗਵਾਹ ਹੈ ਇਸ ਗੱਲ ਦੇ, ਬੰਦ ਲਿਫਾਫੇ 'ਚ ਆਪਣਾ ਰਿਜ਼ਾਈਨ ਲੈ ਕੇ ਗਈ ਸੀ CLP ਦਾ, ਕਿ ਮੈਂ ਜਾਣਾ, ਮੈਨੂੰ ਟਾਈਮ ਵੀ ਲੱਗ ਸਕਦਾ, ਆਹ ਮੇਰਾ ਅਸਤੀਫਾ ਜੇ ਲੋੜ ਪਈ ਤਾਂ ਪ੍ਰਵਾਨ ਕਰ ਲਿਓ, ਮੈਨੂੰ ਤੁਸੀਂ ਦਿਖਾ ਦਿਓ ਕੋਈ ਲੀਡਰ ਇਹੋ ਜਿਹਾ ਹੋਵੇ ਕਿ ਆਪਦਾ ਅਸਤੀਫਾ ਖਿੜੇ ਮੱਥੇ ਦੇ ਕੇ ਜਾਵੇ, ਤੇ ਪ੍ਰਵਾਨ ਕਰ ਲਿਓ। ਤੇ ਉਹਨਾਂ ਨੇ ਮੈਨੂੰ ਇਸ ਗੱਲ ਤੇ ਕਿਹਾ ਕਿ ਦੁਬਾਰਾ ਤੂੰ ਨਾਮ ਨਹੀਂ ਲੈਣਾ ਇਸ ਗੱਲ ਦਾ। ਠੀਕ ਹੈ, ਮੈਂ ਇੱਥੋਂ ਬਾਅਦ ਗਈ ਤੋਂ ਬਾਅਦ ਜਿਹੜਾ ਹੈਗਾ ਉਹ ਬਦਲਣਾ ਪਿਆ, ਜਗਜੀਤ ਨੂੰ ਲਾਇਆ, ਤੇ ਮੈਨੂੰ ਤਾਂ ਉਹਦੇ ਤੇ ਮੈਂ ਗਿਲਾ ਹੀ ਨਹੀਂ ਕੀਤਾ। ਬਾਹਰੋਂ ਆ ਕੇ ਜਦੋਂ ਉਤਰੀ ਹੋਈਆਂ ਮੈਂ, ਉਦੋਂ ਇਲੈਕਸ਼ਨ ਹੋ ਰਹੀ ਸੀ, ਮੈਨੂੰ ਡਿਊਟੀ ਲਾਈ ਸੋਨੀਆ ਜੀ ਨੇ ਕਿ ਮੈਂ ਜਾਵਾਂ ਮਨਮੋਹਨ ਸਿੰਘ ਨੇ ਜਾਣਾ ਸੀ, ਮੱਧ ਪ੍ਰਦੇਸ਼ ਜਾਣਾ ਸੀ, ਪੰਜਾਬੀ ਏਰੀਆ 'ਚ, ਮੈਂ ਜਾ ਕੇ ਉੱਥੇ ਡਿਊਟੀ, ਏਅਰਪੋਰਟ ਤੋਂ ਮੈਂ ਘਰੇ ਨਹੀਂ ਗਈ, ਪਾਰਟੀ ਦੇ ਕੰਮ ਲਈ ਗਈ। ਸੋ ਮੈਂ ਆਪਣਾ, ਚਲੋ ਮੈਂ ਨਹੀਂ ਕਹਿੰਦੀ ਕਿ ਸਾਰੀਆਂ ਗੱਲਾਂ ਮੇਰੇ 'ਚ ਠੀਕ ਹੋਣਗੀਆਂ, ਜਾਂ ਸਾਰਿਆਂ ਨੂੰ ਮੇਰੇ ਵਰਗਾ ਬਣਨਾ ਚਾਹੀਦਾ, ਜਾਂ ਮੈਨੂੰ ਸਾਰਿਆਂ ਵਰਗਾ ਬਣਨਾ ਚਾਹੀਦਾ, ਆਪੋ ਆਪਣੀ ਸੋਚ ਹੁੰਦੀ ਹੈ। ਮੈਂ ਇਹ ਸਮਝਦੀ ਹਾਂ ਕਿ ਇੱਕ ਸਾਡਾ ਅਹੁਦਾ ਜਿਹੜਾ ਹੈਗਾ, ਉਹਦਾ ਸਟੇਟਸ
ਆਪਣੀ ਪਰਸਨੈਲਿਟੀ ਦਾ ਸਟੇਟਸ ਰੱਖਣ ਵਾਸਤੇ ਅੱਜ ਇਹਨਾਂ ਦਾ ਕੱਦ ਬਹੁਤ ਉੱਚਾ ਹੋਊ ਹੋਰ ਵੀ ਜੇ ਕੈਪਟਨ ਸਾਹਿਬ ਮੁੜ ਆਪਣੇ ਫੈਸਲੇ ਤੇ ਵਿਚਾਰ ਕਰਕੇ ਇਸੇ ਪਾਰਟੀ ਵੀ ਠੀਕ ਹੈ। ਮੈਨੂੰ ਗੁੱਸਾ ਸੀ ਕਿਸੇ ਇੱਕ ਦੇ ਲੀਡਰ ਨਾਲ ਮੈਂ ਕਰ ਲਿਆ ਤੇ ਮੈਂ ਇਸ ਪਾਸੇ ਵੱਲ ਨਹੀਂ ਪੈ ਸਕਦਾ। ਸਾਡੀਆਂ ਹੁਣ ਲਾਸਟ ਲੈਗਸ ਹੈਗੀਆਂ, ਆਖਰੀ ਉਮਰ ਤੇ ਆ, ਅਸੀਂ ਇਹਦੇ 'ਚ ਬਾਵਾ ਖੱਟ ਕੇ ਹੀ ਜਾਣਾ ਚਾਹੁੰਦੇ ਹਾਂ। ਕਿਸੇ ਨਾਲ ਲੜਾਈਆਂ ਲੈ ਕੇ ਨਹੀਂ ਜਾਣੀ ਚਾਹੀਦੀਆਂ। ਮੇਰੀ ਤਾਂ ਆਪਣੀ opinion ਹੈ ਨਾ, ਉਹਨੂੰ ਕੌਣ ਮੰਨਦਾ ਨਹੀਂ ਮੰਨਦਾ ਉਹ ਵੱਖਰੀ ਗੱਲ ਹੈਗੀ। 1-2 ਮਿੰਟ ਦਾ ਸਮਾਂ ਹੋਰ ਲੈਣਾ ਹੈ ਸਾਡਾ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਤਿੱਖੇ ਹਮਲੇ ਕੀਤੇ। ਉਹ ਕਹਿੰਦੇ ਕਿ ਸਿੱਧੂ ਤਾਂ ਬਹੁਤ ਵੱਡਾ ਖਤਰਾ ਹੈ ਪੰਜਾਬ ਵਾਸਤੇ ਔਰ ਇੰਟਰਨਲ ਸਿਕਿਉਰਿਟੀ ਵਾਸਤੇ। ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਮੈਂ ਇਹ ਕਹਿੰਦੀ ਇਸ ਮਾਮਲੇ ਦੇ ਉੱਤੇ ਮੈਂ ਨਹੀਂ ਕੁਝ ਕਹਿਣਾ ਚਾਹੁੰਦੀ। ਇੱਕ ਵੱਡੇ ਸਿੱਧੂ ਹੈ ਉਮਰ ਦੇ ਵਿੱਚ, ਇੱਕ ਛੋਟੇ ਸਿੱਧੂ ਹੈਗੇ ਨੇਗੇ ਤੇ ਇਹ ਸਿੱਧੂ ਥੋੜੇ ਜਿਹੇ ਸੁਭਾਅ ਦੇ ਹੁੰਦੇ ਤਿੱਖੇ ਹੀ ਨੇ ਸਿੱਧੂ ਜਿਹੜੇ ਹੁੰਦੇ ਨੇ ਸਾਡੇ। ਲੇਕਿਨ ਮੈਂ ਇਹ ਸਮਝਦੀ ਹੈਗੀ ਆ ਕੇ ਕਿ ਕੌਣ ਖਤਰਾ ਹੈ, ਉਹ ਉਹਨੂੰ ਕਹੀ ਜਾਂਦਾ ਖਤਰਾ ਹੈ, ਉਹਨੂੰ ਕਹੀ ਜਾਂਦਾ ISI ਦਾ ਖਤਰਾ ਹੈ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਜਿਹੀਆਂ ਸਾਨੂੰ ਹੋ ਸਕਦਾ ਕਿਸੇ ਗੱਲ ਦੇ ਉੱਤੇ ਨਾਰਾਜ਼ਗੀ ਹੋਵੇ, ਹੁੰਦੀ ਹੈ। ਮੇਰੀ ਵੀ ਕੈਪਟਨ ਸਾਹਿਬ ਨਾਲ ਨਾਰਾਜ਼ਗੀ ਰਹੀ ਹੈ। ਮੈਂ ਵੀ ਆਪਣੇ ਮਾਮਲੇ ਹਾਈ ਕਮਾਂਡ ਕੋਲ ਲੈ ਕੇ ਗਈ ਸੀ, ਲੇਕਿਨ ਜਿਸ ਵਕਤ ਮੈਨੂੰ ਹਾਈ ਕਮਾਂਡ ਨੇ ਕਹਿਤਾ ਕਿ ਨਹੀਂ ਪਾਰਲੀਮੈਂਟ ਆ ਗਈ ਨੇੜੇ ਜਾ, ਮੈਂ ਗਈ। ਜਿਸ ਵਕਤ ਮੈਂ 2002 'ਚ ਕੈਪਟਨ ਸਾਹਿਬ ਬਣੇ ਨੇ, ਮੈਂ ਉਸ ਤੋਂ ਪਹਿਲਾਂ ਸੀ ਮੈਂ ਇਹਨਾਂ ਨੂੰ ਲੈ ਕੇ ਆਈ ਸੀ ਪ੍ਰਧਾਨਗੀ ਕੈਪਟਨ ਸਾਹਿਬ ਨੂੰ ਬਣਾਉਣ ਵਾਸਤੇ ਸਿਫਾਰਿਸ਼ ਕੀਤੀ ਸੀ, ਨਾਲ ਲੈ ਕੇ ਗਈ ਸੀ ਮੈਂ। ਔਰ ਜਿਸ ਵਕਤ ਇਹਨਾਂ ਨੂੰ ਬਣਾਇਆ ਸੀਗਾ ਕੈਪਟਨ ਸਾਹਿਬ ਨੂੰ ਤਾਂ ਮੈਨੂੰ ਐ ਸੀ ਜੇ ਇਹਨਾਂ ਨੂੰ ਬਣਾਉਣ ਦਾ ਫੈਸਲਾ ਕਰ ਲਿਆ ਨੋ ਪ੍ਰੋਬਲਮ, ਪਰ ਮੈਂ CM ਰਹਿ ਚੁੱਕੀ ਹਾਂ, ਮੈਂ ਕੁਝ ਨਹੀਂ ਬਣਨਾ ਚਾਹੁੰਦੀ। ਮੈਨੂੰ ਫਿਰ ਉਸ ਵਕਤ ਮੈਡਮ ਨੇ ਕਿਹਾ ਕਿ ਤੂੰ ਮੇਰੇ ਲਈ ਬਣਨਾ ਹੈ। ਫਲਾਨੇ ਪ੍ਰਾਈਮ ਮਿਨਿਸਟਰ PM ਰਹਿਣ ਤੋਂ ਬਾਅਦ ਉਹ ਮਿਨਿਸਟਰ ਬਣੇ ਸੀ। ਮੈਂ ਕਿਹਾ ਜੀ ਮੈਂ ਡਿਮੋਸ਼ਨ ਆਪਦੀ ਨੂੰ ਸੈਲੀਬ੍ਰੇਟ ਕਰਨ ਜਾਵਾਂ, CM ਤੋਂ ਬਾਅਦ ਮੈਂ ਕੁਝ ਨਹੀਂ ਬਣਨਾ। ਉਹ ਕਹਿੰਦੇ ਨਹੀਂ ਕੁਝ ਬਾਹਰ ਤਾਂ ਰੱਖ ਨਹੀਂ ਸਕਦੀ ਮੈਂ ਤੁਹਾਨੂੰ, ਬਲਕਿ ਉਦੋਂ ਮੈਂ ਇਹ ਕਿਹਾ ਸੀ ਕਿ ਜੇ ਬਣਾਉਣਾ ਤਾਂ ਮੈਂ ਸਪੀਕਰ ਬਣਾ ਦਿਓ, ਮਿਨਿਸਟਰ CM ਡਿਪਟੀ CM ਮੈਂ ਇਹ ਨਹੀਂ ਬਣਨਾ ਚਾਹੁੰਦੀ। ਪਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਮੇਰਾ ਫੈਸਲਾ ਹੈ ਮੇਰੇ ਲਈ ਇਹ ਬਣੋ, ਮੈਂ ਉਹ ਵੀ ਮੰਨਿਆ। ਆਪਦੀ ਪਾਰਟੀ ਦੇ ਲੀਡਰ ਦੀ ਗੱਲ, ਆਪਦੀ ਡਿਮੋਸ਼ਨ ਵਾਲੇ ਚੀਜ਼ ਨੂੰ ਮੱਥੇ ਨਾਲ ਲਾ ਕੇ ਮੰਨੀ, ਮੈਂ ਉਦੋਂ ਮੰਨੀ ਆ ਕੇ। ਸੋ ਇਹ ਡਿਫਰੈਂਸਿਸ ਹੋ ਸਕਦੇ ਆ ਇਹਨਾਂ ਦੇ ਕਿਸੇ ਗੱਲ ਤੇ ਹੋਣ, ਤੇ ਉਹ ਆਪਣਾ ਵੱਡਾ ਛੋਟਾ ਉਮਰ ਸਮਝ ਕੇ ਆ ਕੇ ਸਾਨੂੰ ਉਹ ਵੀ ਨਿਬੇੜ ਲੈਣੇ ਚਾਹੀਦੇ ਨੇ। ਕੋਈ ਐਸੀ ਗੱਲ ਨਹੀਂ ਲੋਕਾਂ ਵਿੱਚ ਅਸੀਂ ਤਮਾਸ਼ਾ ਨਾ ਬਣੀਏ, ਇਹ ਮੇਰੀ ਤਾਂ ਰਾਏ ਹੈਗੀ ਸਾਰਿਆਂ ਦੀ। ਇਲੈਕਸ਼ਨ ਲੜਨਾ ਤੁਸੀਂ ਇਸ ਵਾਰ? ਜੇ ਪਾਰਟੀ ਚਾਹੂਗੀ, ਪਾਰਟੀ ਹਾਈ ਕਮਾਂਡ ਨੇ ਫੈਸਲੇ ਕਰਨੇ ਕਿਹਨੂੰ ਲੜਾਉਣਾ ਹੈ, ਕਿੱਥੋਂ ਲੜਾਉਣਾ, ਕੀ ਕਰਨਾ। ਮੈਂ ਆਪਣੀ ਜਿਹੜੀ ਲਾਈਫ ਆ ਪੂਰੀ ਪਾਰਟੀ ਨੂੰ ਦਿੱਤੀ ਹੋਈ ਹੈ, ਪਾਰਟੀ ਦੇ ਲਈ ਮੈਂ ਡਟ ਕੇ ਤਿਆਰ ਹਾਂ। ਠੀਕ ਹੈ। ਔਰ ਇੱਛਾ ਹੈਗੀ ਇਲੈਕਸ਼ਨ ਲੜਨ ਦੀ 2022 ਦੇ ਵਿੱਚ? ਦੱਸਿਆ ਵੀ ਜਿਹੜਾ ਬੰਦਾ, ਮੇਰੀ ਤਾਂ ਸ਼ੁਰੂ ਦੇ ਵਿੱਚ ਬਿਲਕੁਲ ਹੀ ਇੱਛਾ ਨਹੀਂ ਸੀ, ਇਹ ਸਿਆਸਤ ਨੂੰ ਵੀ ਮੈਂ ਲਾਈਕ ਨਹੀਂ ਸੀ ਕਰਦੀ। ਅੱਜ ਮੇਰੀ ਇੱਛਾ ਹੋਵੇ ਜਾਂ ਨਾ ਹੋਵੇ ਉਹ ਸੈਕੰਡਰੀ ਚੀਜ਼ ਹੈ। ਮੇਰੀ ਪਾਰਟੀ ਨੂੰ ਕੋਈ ਜ਼ਰੂਰਤ ਹੈ, ਚਾਹੁੰਦੇ ਹੈ ਤਾਂ ਕੁਝ ਵੀ ਹੋਵੇ ਆਖਰੀ ਸਾਹ ਤੱਕ ਮੈਂ ਫੈਸਲੇ ਮੰਨੂਗੀ ਉਹਨਾਂ ਦੇ। ਬਹੁਤ ਬਹੁਤ ਸ਼ੁਕਰੀਆ ਬੀਬੀ, ਧੰਨਵਾਦ। ਬੀਬੀ ਰਜਿੰਦਰ ਕੌਰ ਪੱਠਲ ਸਾਡੇ ਨਾਲ ਮੌਜੂਦ ਸਨ। ਬੀਬੀ ਰਜਿੰਦਰ ਕੌਰ ਪੱਠਲ ਹੁਣੀ ਕਹਿ ਰਹੇ ਨੇ ਕਿ ਜੋ ਵੀ ਸਿਆਸਤ ਦੇ ਵਿੱਚ ਚੱਲ ਰਿਹਾ, ਬੇਸ਼ੱਕ CM ਚਰਨਜੀਤ ਸਿੰਘ ਚੰਨੀ ਬਣੇ ਨੇ, ਕਹਿੰਦੇ ਕਿ ਪੂਰੀ ਦੌੜ ਭੱਜ ਕਰ ਰਹੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਇਸੇ ਹੀ ਕਮਰੇ ਦੇ ਵਿੱਚ ਬੀਬੀ ਰਜਿੰਦਰ ਕੌਰ ਪੱਠਲ ਹੁਣਾਂ ਦੇ ਨਾਲ ਮੁਲਾਕਾਤ ਕਰਕੇ ਗਏ ਸੀ। ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਸੀ ਪ੍ਰੋ ਪੰਜਾਬ TV ਤੇ। ਬੀਬੀ ਰਜਿੰਦਰ ਕੌਰ ਪੱਠਲ ਹੁਣਾਂ ਨੂੰ ਜਦੋਂ ਮਿਲ ਕੇ ਗਏ ਤਾਂ ਬੀਬੀ ਜੀ ਹੁਣੀ ਕਹਿ ਰਹੇ ਨੇ ਕਿ ਅਸੀਂ ਸਲਾਹ ਇਹ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕਿ ਤੁਹਾਨੂੰ ਜੇ ਬਦਲਣ ਦੀ ਗੱਲ ਚੱਲ ਰਹੀ ਹੈ ਤਾਂ ਪਾਰਟੀ ਹਾਈ ਕਮਾਂਡ ਦੇ ਨਾਲ ਜਾ ਕੇ ਗੱਲ ਕਰ ਲਓ ਔਰ ਖੁਦ ਹੀ ਆਪਣਾ ਅਸਤੀਫਾ ਦੇ ਦਿਓ, ਕਿਉਂਕਿ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ। ਤੇ ਨਾਲ ਹੀ ਕਹਿ ਰਹੇ ਨੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਣ ਦਾ ਫੈਸਲਾ ਲੈਂਦੇ ਆ ਤਾਂ ਇਹ ਗਲਤ ਫੈਸਲਾ ਹੋਏਗਾ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਰੀਥਿੰਕ ਕਰਨਾ ਚਾਹੀਦਾ, ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ, ਆਪਣੇ ਫੈਸਲੇ ਤੇ ਵਿਚਾਰ ਕਰਨਾ ਚਾਹੀਦਾ, ਕਿਉਂਕਿ ਇਹ ਉਮਰ ਹੁਣ ਲੜਾਈਆਂ ਲੜਨ ਦੀ ਨਹੀਂ, ਇਹ ਉਮਰ ਪੰਜਾਬ ਦੀ ਸੇਵਾ ਕਰਨ ਦੀ ਹੈ। ਔਰ ਪਾਰਟੀ ਨੇ ਬਹੁਤ ਕੁਝ ਦਿੱਤਾ ਔਰ ਪਾਰਟੀ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ। ਤੇ ਨਾਲ ਹੀ ਇਹਨਾਂ ਨੇ ਵੀ ਗੱਲ ਕਹੀ ਹੈ ਕਿ ਖੇਤੀਬਾੜੀ ਕਾਨੂੰਨ BJP ਲੈ ਕੇ ਆਈ ਹੈ ਔਰ ਬਹੁਤ ਸਾਰੇ ਕਿਸਾਨਾਂ ਦੀ ਸ਼ਹਾਦਤ ਹੋਈ ਹੈ, ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋਈ ਹੈ ਧਰਨੇ ਦੌਰਾਨ, ਔਰ ਖੇਤੀਬਾੜੀ ਕਾਨੂੰਨ BJP ਰੱਦ ਨਹੀਂ ਕਰੇਗੀ, ਇਹ ਵੀ ਇਹਨਾਂ ਨੇ ਦਾਅਵਾ ਕੀਤਾ। ਪਰ ਜੇ ਫਿਰ ਵੀ ਕੈਪਟਨ ਅਮਰਿੰਦਰ ਸਿੰਘ BJP ਦੇ ਨਾਲ ਜਾਣ ਦਾ ਫੈਸਲਾ ਕਰਦੇ ਆ ਤਾਂ ਇਹ ਵੀ ਪੰਜਾਬ ਲਈ ਮੰਦਭਾਗਾ ਹੋਏਗਾ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।